ਤੇ ਹੁਣ ਕੱਲ ਟਹਿ ਕੇ ਅੱਖਰ ਤੱਕ ਆਪਾਂ ਵਿਚਾਰ ਕੀਤੀ ਸੀ। ਟਹਿ ਕੇ ਅੱਖਰ ਤੋਂ ਆਪਾਂ ਸ਼ਲੋਕ ਵਿਚਾਰਿਆ ਸੀ। ਟੂਟੇ ਬੰਧਨ ਜਨਮ ਮਰਨ ਸਾਧ ਸੇਬ ਸੁਖ ਪਾਏ, ਨਾਨਕ ਮਨੋ ਨਾ ਬਿਸਰੈ ਗੁਣ ਨਿਧ ਗੋਬਿੰਦ ਰਾਏ। ਸਾਧੂ ਜਨਾਂ ਦੀ ਸੇਵਾ, ਸਾਧੂ ਜਨ ਸਾਨੂੰ ਉਹ ਗੁਣ ਦਿੰਦੇ ਨੇ ਪਰਮੇਸ਼ਰ ਦਾ, ਗੁਰ ਦਾ ਗਿਆਨ ਦਿੰਦੇ ਨੇ, ਮਨ ਦੀ ਜੋਤ ਪ੍ਰਗਟ ਕਰਦੇ ਨੇ, ਜਿਨ੍ਹਾਂ ਨੂੰ ਫਿਰ ਉਹ ਵਿਸਰਦਾ ਨਹੀਂ। ਜਿਹੜੇ ਉਸ ਗੁਣ ਨੂੰ ਮਨ ਵਿੱਚ ਵਸਾ ਲੈਂਦੇ ਨੇ ਤੇ ਉਹਨਾਂ ਦੇ ਜਨਮ ਮਰਨ ਦੇ ਬੰਧਨ ਟੁੱਟ ਜਾਂਦੇ ਨੇ। ਜਿਹੜੇ ਮਨ ਦੇ ਵਿੱਚ ਗੁਣ ਨਿਧ ਜਿਹੜਾ ਹੈ ਮਨ ਵਿੱਚ ਵਸਾ ਲੈਂਦੇ ਨੇ, ਜਿਨ੍ਹਾਂ ਨੂੰ ਵਿਸਰਦਾ ਨਹੀਂ ਹੈ। ਅੱਗੇ ਆਪਾਂ ਪੌੜੀ ਵਿੱਚ ਵਿਚਾਰਿਆ ਸੀ। ਟਹਿਲ ਕਰੋ ਤੋ ਏਕ ਕੀ, ਜਾਤੇ ਬਿਰਥਾ ਨਾ ਕੋਏ। ਟਹਿਲ ਹੈ ਸੇਵਾ। ਟਹਿਲ ਕਹਿੰਦੇ ਨੇ ਸੇਵਾ ਨੂੰ। ਸੇਵਾ ਕਰਨੀ ਹੈ ਇੱਕ ਪਰਮੇਸ਼ਰ ਦੀ ਜੋ ਸਾਰਿਆਂ 'ਚ ਵਸਦਾ ਹੈ। ਕੋਈ ਵੀ ਉਸ ਤੋਂ ਖਾਲੀ ਨਹੀਂ ਹੈ, ਕੋਈ ਵੀ ਉਸ ਤੋਂ ਬਿਰਥਾ ਨਹੀਂ ਹੈ। ਮਨ ਤਨ ਮੁਖ ਹੀ ਵਸ ਹੈ, ਜੋ ਚਾਹੋ ਸੋ ਹੋਏ। ਜਦੋਂ ਅਸੀਂ ਉਹਦੀ ਸੇਵਾ ਕਰਾਂਗੇ ਇੱਕ ਪਰਮੇਸ਼ਰ ਦੀ, ਮਨ ਵਿੱਚ ਵੀ ਵਸ ਜਾਂਦਾ ਹੈ, ਮੁਖ 'ਤੇ ਵੀ ਪ੍ਰਗਟ ਹੋ ਜਾਂਦਾ ਹੈ, ਹਿਰਦੇ ਵਿੱਚ ਵੀ ਵਸ ਜਾਂਦਾ ਹੈ। ਜੋ ਅਸੀਂ ਚਾਹੁੰਦੇ ਉਹੀ ਸਾਨੂੰ ਬਖਸ਼ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ। ਜੋ ਅਸੀਂ ਮਨ ਦੇ ਵਾਸਤੇ ਜੋ ਪਦਾਰਥ ਚਾਹੁੰਦੇ ਹਾਂ, ਕਿਉਂਕਿ ਇੱਕ ਪਾਸੇ ਸੰਸਾਰਿਕ ਪਦਾਰਥ ਨੇ ਜੋ ਤਨ ਦੀਆਂ ਲੋੜਾਂ ਨੇ, ਤੇ ਇੱਕ ਪਾਸੇ ਮਨ ਦੇ ਪਦਾਰਥ ਨੇ ਜੋ ਨਾਮ ਹੈ ਸੋ ਸ੍ਰੇਸ਼ਟ ਹੈ, ਜਿਸ ਦੀ ਕੋਈ ਕੀਮਤ ਨਹੀਂ ਹੈ। ਮਨ ਨੂੰ ਸਿਫਤ ਸਲਾਹ ਬਖਸ਼ ਦਿੰਦਾ ਹੈ, ਮਨ ਨੂੰ ਨਾਮ ਦੀ ਖਜ਼ਾਨਾ ਬਖਸ਼ ਦਿੰਦਾ ਹੈ, ਪਰ ਉਹਨਾਂ ਨੂੰ ਜਿਹੜੇ ਮਨ ਚੋਂ ਵਿਸਾਰਦੇ ਨਹੀਂ। ਟਹਿਲ ਮਹਿਲ ਤਾ ਕੋ ਮਿਲੈ, ਜਾ ਕੋ ਸਾਧ ਕਿਰਪਾਲ। ਟਹਿਲ ਜਿਹੜੀ ਹੈ, ਇਹ ਸੇਵਾ ਜਿਹੜੀ ਹੈ ਕਿਸ ਦੀ ਕਰਨੀ ਹੈ? ਉਸ ਦੀ ਜਿਸ ਤੋਂ ਕੋਈ ਵੀ ਵਿਰਥਾ ਨਹੀਂ। ਪਰ ਉਹ ਕਿੱਥੇ ਹੈ? ਮਹਿਲ ਦੇ ਵਿੱਚ, ਸੱਚੇ ਮਹਿਲ ਵਿੱਚ। ਸੱਚੇ ਮਹਿਲ ਨਿਵਾਸ ਨਿਰੰਤਰ। ਉਹ ਸੱਚੇ ਮਹਿਲ ਵਿੱਚ ਹੈ। ਤੇ ਸੱਚੇ ਮਹਿਲ ਸਾਨੂੰ ਕਦੋਂ ਪ੍ਰਾਪਤ ਹੋਏਗਾ? ਜਿਹਨੂੰ ਸਾਧੂ ਜਨ ਖੁਸ਼ ਹੁੰਦੇ ਨੇ, ਗੁਰ ਦਾ ਗਿਆਨ ਦਿੰਦੇ ਨੇ, ਗੁਣ ਦਿੰਦੇ ਨੇ। ਤੇ ਸਾਧੂ ਜਨਾਂ ਦੀ ਸੰਗਤ ਕਿਸ ਨੂੰ ਮਿਲਦੀ ਹੈ? ਸਾਧੂ ਸੰਗਤ ਤੋਂ ਟਹਿਲ ਮਹਿਲ ਤਾ ਕੋ ਮਿਲੈ, ਜਾ ਕੋ ਸਾਧ ਕਿਰਪਾਲ। ਸਾਧੂ ਸੰਗਤ ਤੋਂ ਵਸੈ, ਜੋ ਆਪਨ ਹੋਏ ਦਿਆਲ। ਜਦ ਆਪ ਪ੍ਰਭੂ ਦਿਆਲ ਹੁੰਦਾ, ਖੁਸ਼ ਹੁੰਦਾ, ਫਿਰ ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਟੋਹੇ ਟਾਹੇ ਬਹੁ ਭਵਨ, ਬਿਨ ਨਾਵੈ ਸੁਖ ਨਾਹੇ। ਹੋਰ ਭਵਨਾਂ ਤੇ 3 ਭਵਨ ਹੋਰ ਨੇ ਸਾਡੇ ਅੰਦਰ। ਤਮੋ ਗੁਣ, ਰਜੋ ਗੁਣ, ਸਤੋ ਗੁਣ, ਬ੍ਰਹਮਾ ਵਿਸ਼ਨ ਮਹੇਸ਼ ਦੇ ਭਵਨ ਨੇ। ਉੱਥੇ ਸੁਖ ਨਹੀਂ ਹੈ। ਜਿੱਥੇ ਪੁੰਨ ਦਾਨ ਹੈ, ਵੈਰ ਵਿਰੋਧ, ਲੜਾਈ ਝਗੜਾ ਹੈ, ਕੰਮ ਧੰਦੇ ਨੇ, ਪਰ ਉੱਥੇ ਸੁਖ ਨਹੀਂ। ਮਨ ਨੂੰ ਸੁਖ ਨਹੀਂ ਮਿਲਦਾ। ਮਨ ਦਾ ਸੁਖ ਨਾਮ ਤੋਂ ਪ੍ਰਾਪਤ ਹੁੰਦਾ ਹੈ। ਬਿਨ ਨਾਵੈ ਸੁਖ ਨਾਹੇ, ਟਲੈ ਜਾਮ ਕੇ ਦੂਤੇ, ਜੋ ਸਾਧੂ ਸੰਗ ਸਮਾਹੇ। ਜੋ ਸਾਧੂ ਜਿਹਨਾਂ ਦਾ ਸੰਗ ਕਰਦੇ ਨੇ, ਸਮਾ ਜਾਂਦੇ ਨੇ ਨਾਮ ਨੂੰ ਧਿਆ ਕੇ, ਗੁਰ ਨੂੰ ਧਿਆ ਕੇ, ਤੇ ਉਹਨਾਂ ਦਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜਮ ਟਲ ਜਾਂਦੇ ਨੇ, ਦੂਤ ਟਲ ਜਾਂਦੇ ਨੇ, ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਸੁਣ ਕੇ ਜਮ ਕੇ ਦੂਤ, ਨਾਏ ਤੇਰਾ ਛੱਡ ਜਾਏ। ਕਿਉਂਕਿ ਪ੍ਰਭੂ ਦੇ ਨਾਮ ਤੋਂ ਉਹ ਦੂਰ ਹੀ ਰਹਿੰਦੇ ਨੇ। ਨਾਮ ਸੁਣੇ ਤਾਂ, ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਦੂਰ ਚਲੇ ਜਾਂਦੇ, ਨੇੜੇ ਨਹੀਂ ਆ ਸਕਦੇ। ਬਾਰ ਬਾਰ ਜਾਓ ਸੰਤ ਸਦਕੇ। ਇਸ ਕਰਕੇ ਕਹਿੰਦੇ ਬਾਰ ਬਾਰ ਸੰਤ ਤੋਂ ਸਦਕੇ ਜਾਣਾ ਹੈ। ਸੰਤ ਕੀ ਹੈ? ਮਨ। ਮਨ ਸਾਨੂੰ ਸੰਤ ਇੱਕ ਗੁਰ ਦਿੰਦੇ ਨੇ, ਗਿਆਨ ਦਿੰਦੇ ਨੇ। ਉਸ ਗੁਰ ਨੂੰ ਕਮਾਉਣਾ ਹੈ ਬਾਰ ਬਾਰ। ਉਹੀ ਸੰਤਾਂ ਤੋਂ ਬਲਿਹਾਰੇ ਜਾਣਾ ਹੈ, ਗੁਰ ਤੋਂ ਬਲਿਹਾਰੇ ਜਾਣਾ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਪਾਰ। ਗੁਰ ਦੇ ਸੰਤਾਂ ਦੇ ਬਚਨ ਨੂੰ ਕਮਾਉਣਾ ਹੈ। ਸੰਤ ਗੁਰ ਦਾ ਗਿਆਨ ਦਿੰਦੇ ਨੇ। ਇਸ ਕਰਕੇ ਸੰਤਾਂ ਤੋਂ ਬਾਰ ਬਾਰ ਸਦਕੇ ਜਾਣ ਦਾ ਕਿ
ਸੰਤਾਂ ਵੱਲੋਂ ਦਿੱਤਾ ਬਚਨ ਨੂੰ ਅਸੀਂ ਬਾਰ-ਬਾਰ ਕਮਾਉਣਾ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਨਾਨਕ ਪਾਪ ਬਿਨਾਸੇ ਕਦ ਕੇ। ਕਿਉਂਕਿ ਜੋ ਬਚਨ ਨੇ ਸੰਤ ਜਨਾਂ ਦਾ, ਜੋ ਗੁਰ ਦਾ ਗਿਆਨ ਹੈ, ਗੁਰ ਹੈ, ਉਹ ਇੱਕ ਦੇ ਨਹੀਂ ਕਿੰਨੇ ਜੀਵਾਂ ਦੇ ਪਾਪਾਂ ਦਾ ਵਿਨਾਸ਼ ਕਰ ਦਿੰਦਾ। ਹਰ ਕਾ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਸੰਤ ਜਨਾਂ ਦੇ ਬਚਨ ਨੇ, ਜੋ ਗਿਆਨ ਹੈ, ਜੋ ਨੇਤਰਾਂ ਦੇ ਵਿੱਚ ਪਾਇਆ ਜਾਂਦਾ ਹੈ, ਗੁਰ ਦਾ ਗਿਆਨ, ਫਿਰ ਉਸ ਨੂੰ ਵਾਰ-ਵਾਰ ਅਸੀਂ ਕਮਾਉਣਾ ਹੈ। ਇਹ ਸੰਤਾਂ ਤੋਂ ਬਾਹਰੇ ਜਾਣਾ ਹੈ। ਕੋਈ ਸਰੀਰ ਨਹੀਂ ਸੰਤ ਹੁੰਦਾ, ਇੱਕ ਮਨ ਦੀ ਅਵਸਥਾ ਹੈ ਜਦੋਂ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ, ਜਿਹਨੂੰ ਪ੍ਰਭੂ ਆਪ ਕਿਰਪਾ ਕਰਕੇ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ। ਆਪਣਾ ਚਾਕਰ, ਆਪਣਾ ਗੋਲਾ, ਆਪਣਾ ਦਾਸ ਬਣਾ ਲੈਂਦਾ ਹੈ। ਫਿਰ ਆਪਨੇ ਹੁਕਮ ਦੇ ਵਿੱਚ ਲਾਉਂਦਾ ਹੈ, ਫਿਰ ਉਹ ਸਾਨੂੰ ਗਿਆਨ ਦਿੰਦਾ ਹੈ। ਆਓ ਇੱਥੇ ਤੱਕ ਆਪਾਂ ਵਿਚਾਰ ਸੀ ਕੱਲ ਵੀ। ਆਓ ਅੱਗੇ ਆਪਾਂ ਵਿਚਾਰਦੇ ਹਾਂ। ਅੱਗੇ ਹੈ ਠੱਠਾ ਅੱਖਰ। ਸ਼ਲੋਕ ਦੇ ਵਿੱਚ ਆਓ ਸ਼ਲੋਕ ਵਿਚਾਰੀਏ ਪਹਿਲਾਂ, ਫਿਰ ਪੌੜੀ ਦੁਆਰਾ ਇਸ ਨੂੰ ਸਮਝਾਂਗੇ। ਠਾਕ ਨਾ ਹੋਤੀ ਤਿਨਹੁ ਦਰ, ਜੇ ਹੋਵੋ ਸੁਪਰਸੰਨ। ਜਿਨ੍ਹਾਂ ਤੇ ਪ੍ਰਭੂ ਖੁਸ਼ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਉਸ ਘਰ ਦੇ ਵਿੱਚ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਜਦੋਂ ਜੀ ਚਾਹੇ ਆਪਣੇ ਘਰ ਜਾ ਸਕਦੇ ਨੇ, ਮਹਿਲ ਵਿੱਚ ਜਾ ਸਕਦੇ ਨੇ, ਸੇਵਾ ਕਰ ਸਕਦੇ ਨੇ ਪ੍ਰਭੂ ਦੀ, ਕੋਈ ਟੋਕ ਨਹੀਂ ਉਹਨਾਂ ਨੂੰ। ਜਿਨ੍ਹਾਂ ਤੇ ਖੁਸ਼ ਹੋ ਜਾਂਦਾ ਹੈ, ਜਿਨ੍ਹਾਂ ਨੂੰ ਖੁਸ਼ ਹੋ ਕੇ ਸਾਧੂ ਜਨਾਂ ਦੀ ਸੰਗਤ ਬਖਸ਼ਦਾ ਹੈ, ਸਾਧੂ ਜਨਾਂ ਤੋਂ ਫਿਰ ਗਿਆਨ ਲੈ ਕੇ ਉਸ ਮਹਿਲ ਦੀ ਸੋਝੀ ਆਉਂਦੀ ਹੈ। ਫਿਰ ਮਹਿਲ ਦੇ ਵਿੱਚ ਸੰਤ ਸਾਧੂ ਜਨਾਂ ਦੇ ਬਚਨਾਂ ਨੂੰ ਮੰਨ ਕੇ, ਮਨ ਵਿੱਚ ਵਸਾ ਕੇ, ਫਿਰ ਸਾਨੂੰ ਉਸ ਪ੍ਰਭੂ ਦੇ ਦਰ ਤੇ, ਉਸ ਘਰ ਦੇ ਵਿੱਚ ਕੋਈ ਟੋਕ ਟੋਕ ਨਹੀਂ ਹੈ। ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ ਧਨ। ਜਿਨ੍ਹਾਂ ਨੂੰ ਪ੍ਰਭੂ ਆਪਣੇ ਕਰ ਲੈਂਦਾ ਹੈ, ਕਿਵੇਂ ਕਰਦਾ ਹੈ? ਜਿਨ੍ਹਾਂ ਤੇ ਖੁਸ਼ ਹੁੰਦਾ ਹੈ। ਖੁਸ਼ ਕਿਵੇਂ ਹੁੰਦਾ ਹੈ? ਜਦੋਂ ਅਸੀਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ। ਸਾਧ ਸੰਗ ਨਾਨਕ ਪ੍ਰਭ ਸੁਪਰਸੰਨ। ਤੇ ਸਾਧੂ ਜਨਾਂ ਦੇ ਬਚਨਾਂ ਨੂੰ ਅਸੀਂ ਕਮਾਉਂਦੇ ਹਾਂ ਤੇ ਉਹ ਖੁਸ਼ ਹੁੰਦਾ ਹੈ, ਸਾਨੂੰ ਆਪਣੇ ਬਣਾ ਲੈਂਦਾ ਹੈ। ਅਸੀਂ ਧਨਤਾ ਯੋਗ ਹੋ ਜਾਂਦੇ ਹਾਂ। ਸਾਨੂੰ ਧੰਨ ਧੰਨ ਆਖਦੇ ਸਤਿਗੁਰੂ ਜੀ, ਜਿਨ੍ਹਾਂ ਨੂੰ ਪ੍ਰਭੂ ਆਪਣੇ ਬਣਾ ਲੈਂਦਾ ਹੈ। ਉਹਨਾਂ ਨੂੰ ਜਦੋਂ ਮਰਜ਼ੀ ਆ ਜਾ ਸਕਦੇ ਨੇ, ਆਪਣੇ ਘਰ ਵਿੱਚ ਟੋਕ ਨਹੀਂ। ਜਦੋਂ ਚਾਹਣ ਉਸ ਪ੍ਰਭੂ ਦੀ ਸੇਵਾ ਕਰ ਸਕਦੇ ਨੇ। ਸੇਵਾ ਕਿਵੇਂ ਹੁੰਦੀ ਹੈ? ਨਦਰਾਂ ਦੁਆਰਾ। ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ। ਧਿਆਨ ਦੁਆਰਾ ਹੀ ਆਪਾਂ ਮਹਿਲ 'ਚ ਜਾਣਾ ਹੈ, ਧਿਆਨ ਦੁਆਰਾ ਹੀ ਸੇਵਾ ਹੁੰਦੀ ਹੈ। ਆਓ ਪੌੜੀ ਦੇ ਵਿੱਚ ਹੋਰ ਸਮਝਦੇ ਹਾਂ ਥੋੜਾ ਖੋਲ ਕੇ। ਠੱਠਾ ਮਨੁਆ ਠਾਹੇ ਨਾਹੀ, ਜੋ ਸਗਲ ਤਿਆਗ ਇੱਕ ਲਪਟਾਹੀ। ਉਹ ਜਿਹੜਾ ਮਨ ਹੈ, ਸਾਰਾ ਕੁਝ ਤਿਆਗ ਕੇ ਇੱਕ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਗੁਰ ਦੇ ਨਾਲ ਜੁੜ ਜਾਂਦਾ ਹੈ। ਉਹ ਫਿਰ ਹੋਰ ਪਾਸੇ ਨਹੀਂ ਜਾਂਦਾ। ਉਸ ਨੂੰ ਆਪਣੇ ਘਰ ਵਿੱਚ ਕੋਈ ਰੋਕ ਟੋਕ ਨਹੀਂ ਹੈ ਤੇ ਹੋਰ ਪਾਸੇ ਉਹ ਨਹੀਂ ਜਾਂਦਾ, ਕਿਉਂਕਿ ਉਸਨੇ ਸਾਰਾ ਕੁਝ ਤਿਆਗ ਦਿੱਤਾ ਹੈ। ਠਹਿਕ ਠਹਿਕ ਮਾਇਆ ਸੰਗ ਮੂਏ। ਜਿਹੜੇ ਦੂਜੇ ਮਾਇਆ ਨਾਲ ਨੇ, ਉਹ ਠਹਿਕਦੇ ਨੇ, ਕਦੇ ਉਸ ਪਾਸੇ ਜਾਂਦੇ ਨੇ, ਕਦੇ ਉੱਧਰ ਜਾਂਦੇ ਨੇ, ਕਦੇ ਤਮੋ ਗੁਣ ਤੇ ਜਾਂਦੇ ਨੇ, ਕਦੇ ਰਜੋ ਗੁਣ ਤੇ, ਕਦੇ ਸਤੋ ਗੁਣ ਤੇ। ਉਹ ਮਾਇਆ ਸੰਗ ਹੀ ਰਹਿ ਕੇ, ਤ੍ਰੈ ਗੁਣਾਂ ਵਿੱਚ ਵਿਚਰ ਕੇ ਹੀ ਜੀਵਨ ਬਤੀਤ ਕਰ ਜਾਂਦੇ ਨੇ। ਉਹ ਆ ਕੇ ਕੁਸ਼ਲ ਨਾ ਕਤੂ ਹੋਏ। ਉਹਨਾਂ ਦਾ ਕਦੇ ਵੀ ਕੋਈ ਭਲਾ ਨਹੀਂ ਹੋ ਸਕਦਾ, ਉਹਨਾਂ ਦਾ ਚੰਗਾ ਨਹੀਂ ਹੋ ਸਕਦਾ, ਉਹ ਮੁਕਤ ਨਹੀਂ ਹੋ ਸਕਦੇ, ਕਿਉਂਕਿ ਉਹ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਜਾਂਦੇ ਨੇ। ਤੇ ਜਿਹੜੇ ਸਾਰਾ ਕੁਝ ਛੱਡ ਕੇ, ਤ੍ਰੈ ਗੁਣਾਂ ਨੂੰ ਛੱਡ ਕੇ ਇੱਕ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਮਨ ਫਿਰ ਆਨੰਦ ਵਿੱਚ ਆ ਜਾਂਦਾ ਹੈ। ਉਹ ਫਿਰ ਹੋਰ ਪਾਸੇ ਨਹੀਂ ਦੌੜਦਾ, ਕਿਉਂਕਿ ਉਸ ਮਨ ਨੂੰ ਠਾਰ ਆ ਜਾਂਦੀ ਹੈ। ਠਾਂਡ ਭਰੀ ਸੰਤੈ ਸੰਗ ਬਸਿਆ।
ਸੰਤਾਂ ਦਾ ਸੰਗ ਕਰਦਾ ਹੈ ਜੀ। ਜਿਵੇਂ ਇੱਥੇ ਸਮਝਾਉਂਦੇ ਨੇ ਕਿ ਸੰਤਾਂ ਦਾ ਸੰਗ ਕੀਤਾ, ਸੰਤ ਗਿਆਨ ਦਿੰਦੇ ਨੇ, ਤੇ ਫਿਰ ਪ੍ਰਭੂ ਦਾ ਮਿਲਾਪ ਹੁੰਦਾ ਹੈ, ਮਨ ਟਿਕਾ ਵਿੱਚ ਆਉਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਠੰਡ ਪੈਂਦੀ ਮਨ ਦੇ ਵਿੱਚ। ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਉੱਥੇ ਹੀ ਫਿਰ ਜੀ ਨੂੰ, ਮਨ ਨੂੰ ਅੰਮ੍ਰਿਤ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਸੰਤਾਂ ਦਾ ਸੰਗ ਕਰਦੇ ਨੇ, ਜਿਹੜੇ ਤ੍ਰੈ ਗੁਣਾਂ ਨੂੰ ਛੱਡ ਦਿੰਦੇ ਨੇ, ਸਿਰਫ ਇੱਕ ਗੁਰ ਨੂੰ ਹੀ ਕਮਾਉਂਦੇ ਨੇ, ਗੁਰ ਦੇ ਨਾਲ ਜੁੜਦੇ ਨੇ। ਸਗਲ ਤਿਆਗ ਇੱਕ ਹੈ ਲਿਪਟਾਹੀ। ਠਾਕੁਰ ਆਪਣਾ ਜੋ ਜਨ ਪਾਇਆ, ਜੋ ਫਿਰ ਆਪਣੇ ਠਾਕੁਰ ਨੂੰ ਪਾ ਜਾਂਦਾ ਹੈ ਜਿਹੜਾ ਜਨ, ਨਾਨਕ ਊਆ ਕਾ ਮਨ ਸਿਤਲਾਇਆ, ਫਿਰ ਉਸ ਦਾ ਮਨ ਸ਼ਾਂਤ ਕਰ ਦਿੰਦਾ ਹੈ, ਠੰਡਾ ਕਰ ਦਿੰਦਾ ਹੈ, ਸੀਤਲ ਕਰ ਦਿੰਦਾ ਹੈ ਪ੍ਰਭੂ। ਜਿਹੜੇ ਉਸ ਨੂੰ ਪਾ ਜਾਂਦੇ ਨੇ, ਪਰ ਪਾਉਂਦੇ ਕਿਵੇਂ ਨੇ? ਜਿਹੜਾ ਸਾਰਾ ਛੱਡ ਕੇ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਗੁਰ ਦੇ ਨਾਲ ਜੁੜ ਜਾਂਦੇ ਨੇ। ਫਿਰ ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈ। ਉਹ ਜਦੋਂ ਚਾਹੁਣ ਉਸ ਪ੍ਰਭੂ ਦੀ ਸੇਵਾ ਕਰ ਸਕਦੇ ਨੇ, ਦੇਖ ਦੇਖ ਕੇ ਪਿਆਰ ਕਰ ਸਕਦੇ ਨੇ ਪ੍ਰਭੂ ਨੂੰ, ਉਸਦੇ ਸਨਮੁਖ ਰਹਿ ਸਕਦੇ ਨੇ, ਹਾਜ਼ਰ ਰਹਿ ਸਕਦੇ ਨੇ। ਜਿਵੇਂ ਬੱਚਾ ਆਪਣੇ ਮਾਂ ਬਾਪ ਦੇ ਕੋਲ ਸਾਹਮਣੇ ਦਿਸਦਾ ਹੈ, ਮਾਂ ਬਾਪ ਖੁਸ਼ ਹੁੰਦੇ ਨੇ, ਉਹਨਾਂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਇੱਦਾਂ ਹੀ ਜਦੋਂ ਅਸੀਂ ਹਰ ਪ੍ਰਭੂ ਦੇ ਸਨਮੁਖ ਰਹਿੰਦੇ ਹਾਂ, ਉਸ ਦੇ ਹੁਕਮ ਵਿੱਚ ਚੱਲਦੇ ਹਾਂ, ਬਾਣੇ ਵਿੱਚ ਚੱਲਦੇ ਹਾਂ, ਤੇ ਉਸ ਨੂੰ ਖੁਸ਼ੀ ਹੁੰਦੀ ਹੈ। ਆਓ ਅਗਲਾ ਸ਼ਬਦ ਸ਼ਲੋਕ ਹੈ ਡੱਡੇ ਅੱਖਰ ਤੋਂ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ। ਡੰਡੌਤ ਕਿਵੇਂ ਕਰਨੀ ਹੈ? ਬਾਰ ਬਾਰ ਮਨ ਨੂੰ ਨਿਭਣਾ। ਆਪਾਂ ਦੇਖੇ ਨੇ ਬਹੁਤ ਸਾਰੇ ਜੀਵ, ਤੁਸੀਂ ਡੰਡੌਤ ਕਰਦੇ ਜਾਂਦੇ ਦੇਖੇ ਹੋਣਗੇ ਤੀਰਥਾਂ ਤੇ ਸਰੀਰ ਦੁਆਰਾ, ਲੇਕਿਨ ਇੱਥੇ ਡੰਡੌਤ ਕਿਸਨੇ ਕਰਨੀ? ਮਨ ਨੇ। ਕਿਉਂਕਿ ਆਪਾਂ ਸਿੱਖਿਆ ਹੀ ਕੀ ਹੈ? ਡੱਡੇ ਅੱਖ ਤੋਂ ਬਾਰ ਬਾਰ ਮਨ ਨੂੰ ਨਿਭਣਾ, ਮਨ ਨੂੰ ਨਿਭਾਉਣਾ। ਇੱਕ ਵਾਰ ਨਹੀਂ, ਬਾਰ ਅਨੇਕ ਵਾਰ। ਤੇ ਕਿਸ ਤੇ ਕਰਨੀ ਡੰਡੌਤ? ਜਿਹੜਾ ਸਰਬ ਕਲਾ ਸਮਰੱਥ ਹੈ, ਉਸ ਪ੍ਰਭੂ ਜੋ ਸਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਜਦੋਂ ਉਸ ਦੀ ਡੰਡੌਤ ਆਪਾਂ ਬਾਰ ਬਾਰ ਡੰਡੌਤ ਕਰਦੇ ਹਾਂ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ, ਫਿਰ ਸਾਨੂੰ ਆਪ ਹੱਥ ਦੇ ਕੇ ਰੱਖਦਾ ਹੈ, ਫਿਰ ਡੋਲਣ ਨਹੀਂ ਦਿੰਦਾ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਆਪ ਦੇ ਹੱਥ ਦੇ ਕੇ ਸਾਨੂੰ ਰੱਖਦਾ ਹੈ। ਪਰ ਸਾਡਾ ਕੰਮ ਕੀ ਹੈ? ਸਿਰਫ ਬਾਰ ਬਾਰ ਇਸ ਗੁਣ ਨੂੰ ਕਮਾਉਣਾ, ਬਾਰ ਬਾਰ ਮਨ ਦੁਆਰਾ ਡੰਡੌਤ ਕਰਨੀ। ਇੱਕ ਪੁਆਇੰਟ ਇੱਥੇ ਆ ਗਿਆ, ਫਿਰ ਨੀਚੇ ਬਾਰ ਬਾਰ ਇਹ ਡੰਡੌਤ ਕਰਨੀ ਹੈ। ਇੱਕ ਵਾਰ ਨਹੀਂ, ਅਨੇਕਾਂ ਵਾਰ। ਉਸ ਪ੍ਰਭੂ ਦੇ ਚਰਨਾਂ 'ਚ ਕਿਸੇ ਹੋਰ ਨੂੰ ਡੰਡੌਤ ਨਹੀਂ ਕਰਨੀ ਜੋ ਸਰਵ ਕਲਾ ਸਮਰੱਥ ਹੈ। ਫਿਰ ਆਪ ਡੋਲਣ ਤੇ ਰੱਖਦਾ ਹੈ, ਆਪ ਹੱਥ ਦੇ ਕੇ ਸਾਨੂੰ ਰੱਖ ਲੈਂਦਾ ਹੈ। ਆਓ ਪੌੜੀ ਦੇ ਵਿੱਚ ਸਮਝਦੇ ਹਾਂ ਹੋਰ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਜਿਹੜਾ ਡੇਰਾ ਅਸੀਂ ਸਮਝੀ ਬੈਠੇ ਸੰਸਾਰ, ਇਹ ਸਾਡਾ ਅਸਲੀ ਡੇਰਾ ਨਹੀਂ ਹੈ, ਇਹ ਅਸਲੀ ਘਰ ਨਹੀਂ ਹੈ। ਉਹ ਡੇਰਾ ਕੋ ਸੰਜਮੋ ਗੁਰ ਕਾ ਸ਼ਬਦ ਪਛਾਨ। ਉਹ ਡੇਰਾ ਹੈ ਜਿਹੜਾ ਸਾਡਾ, ਉਹ ਗੁਰ ਦਾ ਗਿਆਨ, ਗੁਰ ਦਾ ਸ਼ਬਦ ਜੋ ਸਾਨੂੰ ਦਿੱਤਾ ਜਾਂਦਾ ਹੈ ਵਾਰ ਵਾਰ, ਉਸ ਦੁਆਰਾ ਹੀ ਸਾਨੂੰ ਆਪਣੇ ਡੇਰੇ ਦੀ ਪਹਿਚਾਣ ਹੁੰਦੀ ਹੈ। ਉਸ ਤਰੀਕਾ ਸਿੱਖ ਕੇ ਸੰਜਮ ਦੁਆਰਾ। ਇਹ ਡੇਰਾ ਕੋ ਸ਼ਰਮ ਕਰ ਕੱਲ ਹੈ। ਇੱਥੇ ਸੰਸਾਰਿਕ ਜਿਹੜਾ ਡੇਰਾ ਹੈ ਬਣਾ ਰੱਖਿਆ ਅਸੀਂ, ਇਹਦੇ ਵਾਸਤੇ ਅਸੀਂ ਬਹੁਤ ਕਾਲਨਾ ਕਾਲਦੇ, ਬਹੁਤ ਮਿਹਨਤ ਕਰਦੇ ਹਾਂ। ਜਾ ਕਾ ਤਸ਼ੂ ਨਹੀਂ ਸੰਗ ਚਾਲੈ। ਪਰ ਜਿਸ ਦਿਨ ਜਾਣਾ ਆਪਾਂ, ਕੁਛ ਵੀ ਨਾਲ ਨਹੀਂ ਜਾਣਾ, ਸਭ ਕੁਛ ਇੱਥੇ ਰਹਿ ਜਾਣਾ ਸੰਸਾਰ ਦਾ। ਉਹ ਡੇਰਾ ਕੀ ਸੋ ਮਿਤ ਜਾਣਾ। ਜਿਹੜਾ ਉਹ ਡੇਰਾ ਹੈ, ਜਿਹੜਾ ਸਾਡਾ ਅਸਲੀ ਡੇਰਾ ਹੈ, ਜਿਹੜਾ ਗੁਰ ਦੇ ਸ਼ਬਦ ਦੁਆਰਾ ਪਹਿਚਾਨਣਾ ਹੈ, ਉਸ ਦੀ ਮਿਤ ਕਿਸ ਨੂੰ ਪਤਾ ਹੈ? ਕੌਣ ਜਾਣਦਾ ਹੈ ਕਿ ਕਿਵੇਂ ਉਸ ਘਰ ਵਿੱਚ ਵਸਣਾ ਹੈ? ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ।
ਜਿਸ ਨੂੰ ਪੂਰਾ ਪਰਮੇਸ਼ਰ ਹਰ ਥਾਂ ਨਜ਼ਰ ਆਉਂਦਾ ਹੈ, ਸਦਾ ਸਾਹਮਣੇ ਵਸਦਾ ਹੈ, ਜਿਹਦੀ ਦ੍ਰਿਸ਼ਟੀ 'ਚ ਹਰ ਥਾਂ ਵਸਿਆ ਹੈ, ਉਹ ਸਾਨੂੰ ਉਸ ਡੇਰੇ ਦਾ ਗਿਆਨ ਦਿੰਦਾ ਹੈ, ਕਿਉਂਕਿ ਆਪ ਮਾਲਕ ਨੇ ਉਸ ਨੂੰ ਇਹ ਹੁਕਮ ਦਿੱਤਾ ਹੈ ਕਿ ਤੂੰ ਦੂਜੇ ਜੀਵਾਂ ਨੂੰ ਇਹ ਗਿਆਨ ਦੇ। ਉਹ ਜਾਣਦਾ ਹੈ ਕਿ ਕਿਵੇਂ ਆਪਾਂ ਉਸ ਡੇਰੇ ਤੇ ਜਾਣਾ ਹੈ, ਜਿਹਨੂੰ ਆਪ ਪ੍ਰਭੂ ਪ੍ਰਗਟ ਹੋ ਕੇ ਹਰ ਸਮੇਂ ਸਾਹਮਣੇ ਰਹਿੰਦਾ ਹੈ, ਅੱਠੇ ਪਹਿਰ ਸਾਹਮਣੇ ਹੈ। ਡੇਰਾ ਨਿਸ਼ਚਲ ਸੱਚ ਸਾਧ ਸੰਗ ਪਾਇਆ, ਜਿਹਨੂੰ ਹਰ ਸਮੇਂ ਪ੍ਰਗਟ ਰਹਿੰਦਾ ਹੈ, ਉਹਨਾਂ ਨੂੰ ਗੁਰਬਾਣੀ ਸਾਧੂ ਜਨ ਕਹਿ ਦਿੰਦੀ ਹੈ, ਗੁਰਮੁਖ ਕਹਿ ਦਿੰਦੀ ਹੈ। ਉਹਨਾਂ ਜਨਾਂ ਦਾ ਸੰਗ ਕਰਕੇ ਹੀ ਉਹ ਨਿਸ਼ਚਲ ਡੇਰਾ ਸਾਨੂੰ ਪ੍ਰਾਪਤ ਹੁੰਦਾ ਹੈ। ਡੇਰਾ ਨਿਸ਼ਚਲ ਸੱਚ ਸਾਧ ਸੰਗ ਪਾਇਆ, ਸਾਧੂ ਜਨਾਂ ਦਾ ਸੰਗ ਕਰਕੇ ਜਦੋਂ ਸੱਚਾ ਡੇਰਾ ਪ੍ਰਾਪਤ ਕਰ ਲੈਂਦੇ ਹਾਂ, ਨਾਨਕ ਤੇ ਜਨ ਹੈ ਡੋਲਾਇਆ। ਉੱਥੇ ਫਿਰ ਜੀਵ ਡੋਲਦਾ ਨਹੀਂ ਹੈ, ਕਿਉਂਕਿ ਉੱਥੇ ਸਾਨੂੰ ਆਪ ਡੋਲਣ ਤੋਂ ਰੱਖਦਾ ਹੈ। ਜਿੰਨੀ ਦੇਰ ਮਨ ਮਾਇਆ ਦੇ ਵਿੱਚ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਦਰਖਤ ਨੇ, ਦਰਖਤ ਜਦੋਂ ਹਵਾ ਚੱਲਦੀ ਹੈ ਦਰਖਤ ਝੂਲਦਾ ਹੈ, ਦਰਖਤ ਤੇ ਬੈਠਾ ਪੰਛੀ ਵੀ ਝੂਲਦਾ ਹੈ, ਕਿਉਂਕਿ ਦਰਖਤ ਝੂਲੇਗਾ, ਇਹ ਉੱਤੇ ਬੈਠਾ ਪੰਛੀ ਵੀ ਡੋਲਦਾ ਹੈ। ਲੇਕਿਨ ਪਹਾੜ ਹੁੰਦਾ ਹੈ, ਪਹਾੜ ਨੂੰ ਜਿੰਨੀ ਮਰਜ਼ੀ ਹਵਾ ਚੱਲੀ ਜਾਵੇ, ਪਹਾੜ ਥਿਰ ਰਹਿੰਦਾ ਹੈ, ਡੋਲਦਾ ਨਹੀਂ ਹੈ। ਤੇ ਉਸ ਦੇ ਉੱਤੇ ਬੈਠਾ ਮਨ ਵੀ, ਪੰਛੀ ਵੀ ਨਹੀਂ ਡੋਲੇਗਾ। ਏਦਾਂ ਹੀ ਸਾਡਾ ਮਨ ਜਿੰਨੀ ਦੇਰ ਇਸ ਤਨ ਨਾਲ ਜੁੜਿਆ ਹੈ, ਇਸ ਨੂੰ ਦਰਖਤ ਕਹਿ ਦਿੱਤਾ ਹੈ, ਤਰਵਰ ਕਹਿ ਦਿੱਤਾ ਹੈ, ਮਾਇਆ ਵੀ ਕਹਿ ਦਿੱਤਾ ਹੈ। ਇਹ ਡੋਲਦੀ ਹੈ ਤੇ ਇਸ ਦੇ ਉੱਤੇ ਬੈਠਾ ਮਨ ਵੀ ਡੋਲਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਡੋਲੇ ਬਹੁ ਵਿਧੀ, ਮਨ ਲਪਟਿਓ ਤਹਿ ਸੰਗ। ਵੀ ਮਨ ਮਾਇਆ ਨਾਲ ਲਪਟਿਆ, ਮਾਇਆ ਡੋਲਦੀ ਹੈ। ਤੇ ਭਗਤਾਂ ਨੇ ਕਿਸ ਨਾਲ ਸਹਾਰਾ ਲਿਆ, ਕਿਸ ਦੀ ਓਟ ਲਈ? ਦਰਖਤ ਦੀ, ਤਨ ਦੀ ਓਟ ਨਹੀਂ ਲਈ, ਪਰਬਤ ਦੀ ਲਈ, ਪਰਮੇਸ਼ਰ ਦੀ ਲਈ, ਜਿਸਨੂੰ ਬਾਬਾ ਕਬੀਰ ਜੀ ਸਮਝਾਉਂਦੇ ਨੇ ਪਰਬਤ ਕਹਿ ਕੇ, ਤੂੰ ਮੇਰੋ ਮੇਰ ਪਰਬਤ ਹੈ ਸੁਆਮੀ, ओट गही मैं तेरी, ना तुम डोलो ना हम गिरते, रख लीनी हर मेरी। हरि आप रख लेंदा है, ना डोलदा है ते ना असी गिरांगे। इस करके जेड़े फिर ये निश्चल डेरा प्राप्त कर लेंदे ने, वो फिर डोलदे नहीं हैं। पर निश्चल डेरा कित्थे मिलदा है? सच्चा डेरा जिहड़ा है वो साधु जनां दा संग करके ही मिलता है, क्योंकि साधु जन हर समय प्रभु नूं देखते ने, उस दे विच ही रहिंदे ने। जिथे मालक वसदा उत्थे ही उन्हां दा बसा है। तो सानू उस डेरे दा ज्ञान देंदे ने जिथे जाके मन साडा अडोल हुंदा है। जिवें महाराज समझाउंदे ने कि बाणी प्रभु की सबको बोले, आप अडोल ना कबहू डोले। अडोल है, डोलदा नहीं है। ते असी उस नाल जुड़ जांदे ते ओ असी भी अडोल हो जाते हाँ। आओ अगे टड्डे अखर तो है सलोक। ढाहन लागे धर्म राय, किने न कालियो बंद। ਉਹਨਾਂ ਨੂੰ ਫਿਰ ਜਿਹੜਾ ਧਰਮ ਰਾਜ ਹੈ ਢਾਉਂਦਾ ਹੈ, ਸਜ਼ਾ ਦਿੰਦਾ ਹੈ। ਜਿਹੜੇ ਇੱਥੇ ਘਾਲਣਾ ਨਹੀਂ ਘਾਲਦੇ, ਜਿਹੜੇ ਆਪਣੇ ਘਰ ਦੇ ਵਿੱਚ ਵਾਸਾ ਨਹੀਂ ਕਰਦੇ, ਆਪਣੇ ਮਨ ਨੂੰ ਉਸ ਪ੍ਰਭੂ ਦੇ ਨਾਲ ਨਹੀਂ ਜੋੜਦੇ, ਪ੍ਰਭੂ ਨਾਮ ਦੇ ਬੰਧਨ ਦੇ ਵਿੱਚ ਨਹੀਂ ਪੈਂਦੇ, ਟੁੱਟੀ ਨਹੀਂ ਗਣਦੇ, ਉਹਨਾਂ ਨੂੰ ਫਿਰ ਧਰਮ ਰਾਜ ਸਜ਼ਾਵਾਂ ਦਿੰਦਾ ਹੈ, ਢਾਉਂਦਾ ਹੈ, ਸਜ਼ਾ ਦਿੰਦਾ ਹੈ। नानक उबरे जप हरि, साध संग सनबंद।
ਤੇ ਜਿਹੜੇ ਸਾਧੂ ਜਨਾਂ ਦਾ ਸੰਗ ਕਰ ਲੈਂਦੇ ਨੇ, ਸਾਧੂ ਜਨਾਂ ਦੇ ਨਾਲ ਸੰਬੰਧ ਕਰ ਲੈਂਦੇ ਨੇ, ਤੇ ਉਹ ਫਿਰ ਉਭਰ ਜਾਂਦੇ ਨੇ। ਉਹਨਾਂ ਨੂੰ ਧਰਮ ਰਾਜ ਦੇ ਨਹੀਂ ਜਾਣਾ ਪੈਂਦਾ, ਕਿਉਂਕਿ ਧਰਮ ਰਾਜ ਦਾ ਰਸਤਾ ਵੱਖਰਾ ਹੈ। ਧਰਮ ਰਾਜ ਤ੍ਰੈ ਗੁਣਾ ਤੱਕ ਸੀਮਤ ਹੈ। ਧਰਮ ਰਾਜ ਪ੍ਰਭੂ ਦੇ ਦਰ ਤੇ ਖੜਾ ਹੈ, ਜੋ ਹੁਕਮ ਹੁੰਦਾ ਹੈ ਮੰਨਦਾ ਹੈ। ਤੇ ਧਰਮ ਰਾਜ ਸੱਚਖੰਡ ਨਹੀਂ ਜਾ ਸਕਦਾ, ਕਿਉਂਕਿ ਉਹ ਧਰਮ ਤੱਕ ਹੀ ਸੀਮਤ ਹੈ। ਉਸਨੂੰ ਧਰਮ ਹੀ ਵਿਚਾਰਨਾ ਹੈ। ਧਰਮ ਰਾਜ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਲੇਕਿਨ ਆਪਾਂ ਉਸ ਤੋਂ ਉੱਤੇ ਹਾਂ। ਅਸੀਂ ਆਪਣੇ ਘਰ ਜਾ ਸਕਦੇ ਹਾਂ, ਕਿਉਂਕਿ ਧਰਮ ਰਾਜ ਉਸ ਪ੍ਰਭੂ ਦਾ ਮਨੀਮ ਹੈ, ਨੌਕਰ ਹੈ। ਆਪਾਂ ਉਸ ਦੇ ਬੱਚੇ ਹਾਂ, ਆਪਾਂ ਉਸ ਦੇ ਪੁੱਤਰ ਹਾਂ। ਉਹ ਸਾਡੇ ਪਿਤਾ ਦਾ ਨੌਕਰ ਹੈ, ਪਿਤਾ ਦਾ ਨੌਕਰ ਹੈ, ਸਾਡਾ ਵੀ ਨੌਕਰ ਹੈ। ਇਸ ਕਰਕੇ ਜਦੋਂ ਅਸੀਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ, ਧਰਮ ਰਾਜ ਵੀ ਸਾਡੀ ਸੇਵਾ ਕਰਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਫਿਰ ਧਰਮ ਰਾਜ ਸਾਨੂੰ ਦੇਖ ਵੀ ਨਹੀਂ ਸਕਦਾ, ਤੱਕ ਵੀ ਨਹੀਂ ਸਕਦਾ। ਧਰਮ ਰਾਜ ਸਾਡੇ ਦਰਸ਼ਨਾਂ ਵਾਸਤੇ ਖੜਦਾ ਹੈ। ਜਦੋਂ ਅਸੀਂ ਸਾਧੂ ਜਨਾਂ ਦਾ ਸੰਗ ਕਰਕੇ ਆਪਣੇ ਘਰ ਵਿੱਚ ਆਉਣਾ ਜਾਣਾ ਬਣਾ ਲੈਂਦੇ ਹਾਂ, ਉਭਰ ਜਾਂਦੇ ਨੇ ਸਾਧੂ ਜਨਾਂ ਦਾ ਸੰਗ ਕਰਕੇ। ਦੂਜਿਆਂ ਨੂੰ ਧਰਮ ਰਾਜ ਸਜ਼ਾਵਾਂ ਦਿੰਦਾ ਹੈ। ਆਓ ਪੌੜੀ ਦੇ ਵਿੱਚ ਆਪਾਂ ਹੋਰ ਸਮਝਦੇ ਹਾਂ ਇਸ ਨੂੰ। ਢੱਡਾ ਢੂਡਤ ਕਹਿ ਫਿਰੋ, ਢੂਡਨ ਆ ਮਨ ਮਾਹੇ। ਹੁਣ ਅਸੀਂ ਪ੍ਰਭੂ ਨੂੰ ਢੂੰਡਣਾ ਹੈ। ਅਸੀਂ ਕਿੱਥੇ ਢੂੰਡਦੇ ਹਾਂ? ਬਾਹਰ ਢੂੰਡਦੇ ਹਾਂ। ਕੋਈ ਕਿਸੇ ਪਾਸੇ ਜਾ ਰਿਹਾ ਹੈ ਢੂੰਡਣ, ਕੋਈ ਕਿਸੇ ਪਾਸੇ ਜਾ ਰਿਹਾ ਹੈ। ਪਰ ਮਹਾਰਾਜ ਸਮਝਾਉਂਦੇ ਨਹੀਂ, ਬਾਹਰ ਨਾ ਢੂੰਡੋ, ਆਪਣੇ ਮਨ ਦੇ ਵਿੱਚ ਢੂੰਡੋ। ਢੂੰਡਣ ਆ ਮਨ ਮਾਹੇ। ਸੰਗ ਤੁਹਾਰੈ ਪ੍ਰਭ ਵਸੈ, ਬਨ ਬਨ ਕਹਾਂ ਫਿਰਾਹੇ। ਪ੍ਰਭੂ ਦਾ ਸੰਗ ਵਸਦਾ ਹੈ, ਜਾਹਰਾ ਜਹੂਰ ਹੈ, ਹਾਜ਼ਰ ਹਜ਼ੂਰ ਹੈ। ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੋ ਅੰਦਾ ਜਾਂਤ ਦੂਰੇ। ਤੇ ਅਸੀਂ ਬਨਾਂ 'ਚ ਲੱਭਦੇ ਫਿਰਦੇ ਹਾਂ, ਘਰ ਬਾਰ ਛੱਡ ਕੇ ਲੱਭਦੇ ਹਾਂ। ਮਰੇ ਕਹਿੰਦੇ ਉਹ ਤਾਂ ਸੰਗ ਵਸਦਾ ਹੈ, ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਸੰਗ ਤੁਹਾਰੈ ਪ੍ਰਭ ਵਸੈ, ਬਨ ਬਨ ਕਹਾਂ ਫਿਰਾਹੇ। ਢੇਰੀ ਢਾਹੋ ਸਾਧ ਸੰਗ, ਆਹ ਬੁੱਧ ਬਿਕਰਾਲ। ਹੁਣ ਸਾਡੀ ਦੂਰੀ ਕਿਉਂ ਹੈ ਪਰਮੇਸ਼ਰ ਤੋਂ? ਕਿਉਂਕਿ ਸਾਡੇ ਅੰਦਰ ਹਉਮੈ ਹੈ, ਬੇਕਾਰ ਨੇ। ਤੇ ਜਦ ਤੱਕ ਇਸ ਚੀਜ਼ਾਂ ਖਤਮ ਨਹੀਂ ਹੁੰਦੀਆਂ ਤੇ ਪ੍ਰਭੂ ਨੂੰ ਅਸੀਂ ਪਾਉਂਦੇ ਨਹੀਂ। ਤੇ ਇਹ ਆਪਣੇ ਆਪ ਅਸੀਂ ਖਤਮ ਵੀ ਨਹੀਂ ਕਰ ਸਕਦੇ, ਇਸ ਨੂੰ ਛੱਡ ਵੀ ਨਹੀਂ ਸਕਦੇ। ਐਡਾ ਵੱਡਾ ਢੇਰ ਹੈ ਪਾਪਾਂ ਦਾ, ਹਉਮੈ ਦਾ। ਤੇ ਮਹਾਰਾਜ ਕਹਿੰਦੇ ਇਹਨੂੰ ਢਾ ਦੋ। ਪਰ ਢਾਉਂਗੇ ਕਿਵੇਂ? ਸਾਧੂ ਜਨਾਂ ਦਾ ਸੰਗ ਕਰਕੇ। ਢੇਰੀ ਢਾਹੋ ਸਾਧ ਸੰਗ, ਆਹ ਬੁੱਧ ਬਿਕਰਾਲ। ਆਪਣੀ ਮੱਤ ਨੂੰ ਛੱਡ ਦਿਓ, ਤਿਆਗ ਦਿਓ, ਜਿਹੜੀ ਤੁਸੀਂ ਆਪਣੀ ਮੱਤ ਬਣਾਈ ਹੈ। ਸਾਧੂ ਜਨਾਂ ਦਾ ਸੰਗ ਕਰਕੇ ਸੁਖ ਪਾਵੋ ਸਹਿਜੇ ਬਸੋ, ਦਰਸ਼ਨ ਦੇਖ ਨਿਹਾਲ। ਤੇ ਜਦੋਂ ਹਉਮੈ ਖਤਮ ਹੋ ਜਾਏਗੀ, ਤੁਸੀਂ ਆਪਣੀ ਮੱਤ ਛੱਡ ਦੂੰਗੇ ਤੇ ਸਾਧੂ ਜਨਾਂ ਦਾ ਸੰਗ ਕਰਕੇ ਫਿਰ ਤੁਸੀਂ ਸਹਿਜ ਦੇ ਵਿੱਚ ਵਸ ਜਾਓਗੇ, ਸੁਖ ਪ੍ਰਾਪਤ ਹੋਏਗਾ। ਸਹਿਜ ਦੇ ਵਿੱਚ ਮਾਲਕ ਹੈ, ਚੌਥਾ ਪਦ ਵਿੱਚ ਪਰਮੇਸ਼ਰ ਵਸਦਾ ਹੈ। ਤੇ ਉਸ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਓਗੇ। ਸੁਖ ਪਾਵੋ ਸਹਿਜੇ ਬਸੋ, ਦਰਸ਼ਨ ਦੇਖ ਨਿਹਾਲ। ਢੇਰੀ ਜਾਮੈ ਜਮ ਮਰੈ। ਤੇ ਜਿਹੜੇ ਅੰਦਰ ਢੇਰੀ ਰਹਿੰਦੀ ਗਿਆਨ ਦਾ, ਹਉਮੈ ਦੀ, ਉਹ ਫਿਰ ਬਾਰ ਬਾਰ ਜੰਮਦੇ ਮਰਦੇ ਨੇ। ਗਰਭ ਜੋਨ ਦੁੱਖ ਪਾਏ, ਉਹਨਾਂ ਨੂੰ ਬਾਰ ਬਾਰ ਗਰਭ ਦੇ ਵਿੱਚ ਜਾਣਾ ਪੈਂਦਾ ਹੈ, ਦੁੱਖ ਪਾਉਂਦੇ ਨੇ। ਮੋਹ ਮਗਨ ਲਪਟਤ ਰਹੇ, ਉਹ ਮੋਹ ਦੇ ਵਿੱਚ ਫਸੇ ਰਹਿੰਦੇ ਨੇ, ਮਾਇਆ ਦੇ ਨਾਲ ਲਪਟਦੇ ਰਹਿੰਦੇ ਨੇ। ਹਉ ਹਉ ਆਵੇ ਜਾਏ, ਉਹਨਾਂ ਦੇ ਅੰਦਰ ਹਉਮੈ ਖਤਮ ਨਹੀਂ ਹੁੰਦੀ, ਬਾਰ ਬਾਰ ਆਉਂਦੇ ਜਾਂਦੇ ਨੇ। ਕਿਉਂਕਿ ਆਪਾਂ ਕਿਵੇਂ ਆਏ ਸੰਸਾਰ ਦੇ ਵਿੱਚ? ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ,
ਹਉ ਵਿੱਚ ਗਿਆ। ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ। ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਜੋ ਵੀ ਕਰਦੇ ਹਉਮੈ ਵਿੱਚ ਹੀ ਕਰਦੇ ਹਾਂ। ਤੇ ਜਿਹੜੇ ਜੀਵ ਹਉਮੈ 'ਚ ਕਰਦੇ ਨੇ, ਜਦੋਂ ਕਹਿੰਦੇ ਅਸੀਂ ਕੁਛ ਕਰਦੇ ਹਾਂ, ਮਹਾਰਾਜ ਸਮਝਾਉਂਦੇ ਫਿਰ ਗਰਭ ਜੂਨ ਦੇ ਵਿੱਚ ਜਾਂਦੇ ਨੇ, ਬਾਰ ਬਾਰ ਜੰਮਦੇ ਮਰਦੇ ਨੇ। ਢਹਿਤ ਢਹਿਤ ਅਬ ਢਹਿ ਪਰੇ ਸਾਧ ਜਨਾ ਸਰਨਾਏ। ਫਿਰ ਸਮਝਾਉਂਦੇ ਨੇ ਵੀ ਨਹੀਂ, ਹੁਣ ਤਾਂ ਅਸੀਂ ਟਹਿੰਦੇ ਟਹਿੰਦੇ ਢਹਿ ਪਏ। ਕਿੱਥੇ ਢਹਿ ਪਏ? ਸਾਧੂ ਜਨਾਂ ਦੀ ਸ਼ਰਨ ਦੇ ਵਿੱਚ। ਦੁੱਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ। ਜਿਹੜੇ ਸਾਧੂ ਜਨਾਂ ਦੀ ਸ਼ਰਨ ਵਿੱਚ ਢਹਿ ਜਾਂਦੇ ਨੇ ਤੇ ਉਹਨਾਂ ਦੇ ਦੁੱਖ ਜਮਾਂ ਦਾ ਫਾਹਾ ਕੱਟਿਆ ਜਾਂਦਾ ਹੈ ਤੇ ਸਮਾ ਜਾਂਦੇ ਨੇ ਨਾਮ ਦੇ ਵਿੱਚ, ਜੀਵਨ ਮੁਕਤ ਹੋ ਜਾਂਦੇ ਨੇ। ਇੱਕ ਮਰ ਕੇ ਮੁਕਤੀ ਹੈ, ਪਰ ਭਗਤਾਂ ਨੇ ਕਿਹਾ ਨਹੀਂ, ਅਸੀਂ ਮਰ ਕੇ ਮੁਕਤੀ ਨਹੀਂ ਲੈਣੀ, ਅਸੀਂ ਤਾਂ ਜਿਉਂਦੇ ਮੁਕਤ ਹੋਣਾ ਹੈ, ਜੀਵਤ ਮੁਕਤ ਹੋਣਾ ਹੈ। ਤੇ ਗੁਰੂ ਸਾਹਿਬਾਂ ਨੇ ਸਾਨੂੰ ਜੀਵਤ ਮੁਕਤ ਦੀ ਜੁਗਤੀ ਦੱਸ ਦਿੱਤੀ ਹੈ ਕਿ ਜੀਵਨ ਮੁਕਤ ਕਿਵੇਂ ਹੋ ਸਕਦੇ ਹਾਂ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਮਰ ਕੇ ਜੀਵੀਏ फिर मरीए फिर जीविए। एक ऐसी अवस्था बना लईए ध्यान द्वारा, जीवत मरै मरै फुन जीवै ऐसे सुन समाया, अंजन माहे निरंजन रहया बहुर न पव जल पाया। एक अवस्था बन जाती जीवन मुक्त दी गुर दे ज्ञान द्वारा। इस करके समझाउंदे ने फिर वो समा जाते ने, नानक लिए समाए। आओ अगे है नाने अखर ते श्लोक। जह साधु गोबिंद भजन कीर्तन नानक नीत। भी जिथे साधु जन गोबिंद दा भजन करते ने, उसते गुण गाउंदे ने, उसका कीर्तन करते ने। केड़ा कीर्तन? ध्यान दा। दसदे ने किवें ध्यान दे विच जाना है। ਕਰੋੜਾਂ ਦੇ ਵਿੱਚ ਕੋਈ ਪ੍ਰਭੂ ਨੂੰ ਜੋ ਭਾ ਜਾਂਦਾ ਹੈ ਉਹ ਇਹ ਕੀਰਤਨ ਕਰ ਸਕਦਾ ਹੈ। ਠਾਕੁਰ ਆਪਣੇ ਜੋ ਜਨ ਪਾਇਆ, ਕੋਟ ਮਦੇ ਕਿਨੇ ਕੀਰਤਨ ਗਾਇਆ। ਮੈਂ ਕਹਿੰਦੇ ਕੋਈ ਵਿਰਲੇ ਨੇ ਜਿਹੜੇ ਕੀਰਤਨ ਕਰਦੇ ਨੇ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤੇ ਕੀਰਤਨ ਏਕ। ਸਾਧੂ ਜਨਾਂ ਦੀ ਸੰਗਤ ਜਾ ਕੇ ਇਹ ਕੀਰਤਨ ਹੁੰਦਾ ਹੈ। ਕੀ ਕੀਰਤਨ ਹੁੰਦਾ ਹੈ ਉੱਥੇ? ਉਹ ਸਾਨੂੰ ਸਮਝਾਉਂਦੇ ਨੇ। ओंकार एक धुन एको, एको राग अलापै। एक ही ओंकार जिहड़े ये धुन अलापदे ने, एक ही। जिवें आपां बाद दे विच कीर्तन करदे हां, जिहड़ा ध्यान मार्ग है, एक ही है रोज ही। एका देसी एक दिखावै, एको रहा व्यापे। भी इको ज्ञान देंदे ने, एक दा ही, एक नूं ही देखण दी विधि दसदे ने, क्योंकि एक परमेश्वर हर थां व्यापिया है। एक का सुरत, साडी सारे दी सुरती भी एक है। एक ही सेवा, एक ही आपां सारे सेवा करते हैं। एको गुर ते जापै। ते उस नूं गुर दे ज्ञान द्वारा आपां देख सकते हैं। भलो भलो रे कीरतनिया, वो कीरतनिया भला है। राम रमा, राम नूं रमदा है, पहला राम दे विच समाउंदा है। रामा गुण गाओ, फिर राम अपने गुण गवाउंदा है। आप रसना ते बैठ के छोड़ माया के तंद सुआओ। माया दा तंदा छड़ के, माया वास्ते नहीं करदा है, आप प्रभु ये अपने गुण गवाउंदा है। वो फिर कीर्तन है। मेरे कहते बहुत विरला, कोई विरला ही एक कीर्तन करता है। आओ उत्थे फिर वो कीर्तन की गल करते ने। जह साधु गोबिंद भजन कीर्तन नानक नीत। ना हो ना तू न छुटै, निकट न जाइयो दूत। फिर उत्थे जेड़े नित प्रभु दा सिमरन करते ने, साधु जना गुण गाउंदे ने, जेड़े संगत करते ने, वो फिर परमेश्वर तो कदे विछड़दे नहीं ते जमां दे बस नहीं पैंदे। वो प्रभु उन्हां तो कदे विछड़दा नहीं है, क्योंकि तोड़िया भी नहीं टुटदी।
ਜਦੋਂ ਪਿਆਰ ਪੈ ਜਾਂਦਾ ਪ੍ਰਭੂ ਦੇ ਨਾਲ, ਫਿਰ ਤੋੜਨੀ ਚਾਹੇ ਫਿਰ ਵੀ ਨਹੀਂ ਟੁੱਟਦੀ। ਮੋਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਇੰਨਾ ਸਾਨੂੰ ਪਿਆਰ ਕਰਦਾ ਹੈ। ਪਰ ਜਿਹੜੇ ਨਿਤ ਇਹ ਕਰਦੇ ਨੇ, ਸਾਧੂ ਜਨਾਂ ਦਾ ਸੰਗ ਕਰਕੇ ਇਹ ਰੋਜ਼ ਤੇ ਆਉਂਦੇ ਨੇ, ਉਹਨਾਂ ਨੂੰ ਇੰਨਾ ਕੱਸ ਕੇ ਪਕੜ ਲੈਂਦਾ ਕਿ ਉਹ ਛੱਡਦੇ ਨਹੀਂ। ਉਹ ਨੇੜੇ ਨਹੀਂ ਜਾ ਸਕਦੇ, ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ। ਨਿਕਟ ਨਾ ਜਾਇਓ ਦੂਤ। ਆਓ ਪੌੜੀ ਸਮਝਦੇ ਹਾਂ। ਨਾਣਾ ਰਣ ਤੇ ਸੀਜੀਐ, ਆਤਮ ਜੀਤੈ ਕੋਇ। ਹੁਣ ਉਹ ਰਣ ਕਿੱਥੇ? ਮੈਦਾਨ ਦੇ ਵਿੱਚ, ਜਿੱਥੇ ਆਪਣਾ ਪੰਜਾਂ ਦੇ ਨਾਲ ਖੇਲ ਚੱਲਦਾ ਹੈ। ਉਸ ਦੀ ਸੋਝੀ ਲੈਂਦੇ ਹਾਂ। ਕਿਸ ਤੋਂ ਲੈਂਦੇ ਹਾਂ? ਜਿਹਨੇ ਆਤਮ ਨੂੰ ਜਿੱਤਿਆ ਹੈ, ਜਿਹਨੇ ਮਨ ਆਤਮ ਰੂਪ ਹੋ ਚੁੱਕਿਆ ਹੈ। ਹਉਮੈ ਅਨ ਸਿਓ ਲਰ ਮਰੈ, ਸੋ ਸੋਭਾ ਦੂ ਹੋਏ। ਤੇ ਇੱਕ ਜੀਵ ਹਉਮੈ ਚ ਲੜਦੇ ਨੇ ਸੰਸਾਰ ਦੇ ਵਿੱਚ, ਤੇ ਇੱਕ ਇਹ ਗਿਆਨ ਦੁਆਰਾ, ਸਾਧੂ ਜਨਾਂ ਦੁਆਰਾ ਉਸ ਰਣ ਦੀ ਸੋਝੀ ਲੈਂਦੇ ਨੇ ਜਿੱਥੇ ਮਨ ਨੇ ਪੰਜਾਂ ਦੇ ਨਾਲ ਲੜਨਾ ਹੈ। ਇੱਕ ਹਉਮੈ ਦੇ ਵਿੱਚ ਦੂਜਿਆਂ ਨਾਲ ਲੜਦੇ ਨੇ, ਤੇ ਇੱਕ ਜੀਵ ਜਿਹੜੇ ਮਨ ਰਣ ਦੇ ਵਿੱਚ ਪੰਜਾਂ ਦੇ ਨਾਲ ਲੜਦਾ ਹੈ। ਪਰ ਇਹ ਕੌਣ ਦਿੰਦਾ ਹੈ ਗਿਆਨ? ਜਿਨ੍ਹਾਂ ਮਨ ਨੇ ਪੰਜਾਂ ਨੂੰ ਜਿੱਤ ਲਿਆ, ਜਿਹੜਾ ਆਤਮ ਰੂਪ ਹੋ ਜਾਂਦਾ ਹੈ। ਤੇ ਇਹ ਸੋਝੀ ਕਿਵੇਂ ਆਉਂਦੀ ਹੈ? ਆਤਮ ਰਣ ਦੀ ਸੋਝੀ ਮਹਾਰਾਜ ਸਮਝਾਉਂਦੇ ਨੇ। ਮਨੀ ਮਿਟਾਏ ਜੀਵਤ ਮਰੈ, ਗੁਰ ਪੂਰੇ ਉਪਦੇਸ਼। ਜੀਵਤ ਮਰੇ, ਜਿਵੇਂ ਆਪਾਂ ਵਿਚਾਰਿਆ ਹੈ ਪਹਿਲਾਂ, ਜਿਉਂਦੇ ਮਰ ਕੇ ਹੀ ਆਪਾਂ ਜੀਵਨ ਮੁਕਤ ਹੋਣਾ ਹੈ। ਕਹਿੰਦੇ ਆਪਣੇ ਮਨ ਦੀ ਹਉਮੈ ਖਤਮ ਕਰ ਦੇਵੇ। ਪਰ ਹੋਵੇਗੀ ਕਿਵੇਂ? ਪੂਰੇ ਗੁਰੂ ਉਪਦੇਸ਼। ਪੂਰਾ ਉਪਦੇਸ਼ ਲੈ ਕੇ ਸਾਧੂ ਜਨਾਂ ਤੋਂ, ਪੂਰੇ ਗੁਰੂ ਦਾ ਉਪਦੇਸ਼ ਦੁਆਰਾ ਮਨ ਦਾ ਆਪਾ ਖਤਮ ਹੋ ਜਾਂਦਾ ਹੈ। ਉਸਨੂੰ ਕਹਿੰਦੇ ਨੇ ਜੀਵਤ ਮਰਨਾ, ਮਨ ਦਾ ਪ੍ਰਕਾਸ਼ ਹੋ ਜਾਣਾ। ਮਨੁਆ ਜੀਤੈ ਹਰ ਮਿਲੈ। ਏਦਾਂ ਫਿਰ ਮਨ ਹਉਮੈ ਖਤਮ ਕਰਦਾ ਹੈ, ਫਿਰ ਮਨ ਜਿੱਤ ਜਾਂਦਾ ਹੈ, ਕਿਉਂਕਿ ਹਉਮੈ ਕਰਕੇ ਵਿਛੜਿਆ ਹੈ। ਫਿਰ ਹਰੀ ਨਾਲ ਮਿਲਾਪ ਹੋ ਜਾਂਦਾ ਹੈ। ਤੇ ਸੂਰਤਨ ਵੇਸ, ਇਹ ਸੂਰਮਿਆਂ ਦਾ ਵੇਸ ਹੈ। ਗੁਰਬਾਣੀ ਅਨੁਸਾਰ ਸੂਰਮੇ ਇਹ ਨੇ ਜਿਹੜੇ ਰਣ ਵਿੱਚ ਗਿਆਨ ਲੈਂਦੇ ਨੇ, ਸੋਝੀ ਲੈਂਦੇ ਨੇ ਕਿਵੇਂ ਲੜਨਾ ਹੈ ਤੇ ਕਿਵੇਂ ਮਨ ਨੇ ਜਿੱਤਣਾ ਹੈ, ਕਿਵੇਂ ਗੁਰ ਦੇ ਉਪਦੇਸ਼ ਨੂੰ ਕਮਾ ਕੇ ਮਨ ਜਿੱਤਦਾ ਹੈ। ਕਿਉਂਕਿ ਜਿਹੜਾ ਮਨ ਆਪ ਜਿੱਤਦਾ ਹੈ, ਉਹੀ ਦੂਜਿਆਂ ਨੂੰ ਖੇਲਣ ਦਾ ਗਿਆਨ ਦਿੰਦਾ ਕਿ ਕਿਵੇਂ ਆਪਾਂ ਜਿੱਤਣਾ ਹੈ। ਗੁਰ ਸ਼ਬਦੀ ਮਨ ਜੀਤਿਆ, ਜਗ ਤਿਨੈ ਜਿਤਾਨਾ। ਜਿਹਨੇ ਆਪ ਗੁਰ ਦੇ ਸ਼ਬਦ ਨੂੰ ਕਮਾ ਕੇ ਮਨ ਨੂੰ ਜਿੱਤ ਲਿਆ ਹੈ, ਉਹਨੇ ਫਿਰ ਦੂਜਿਆਂ ਨੂੰ ਗਿਆਨ ਦੇ ਕੇ ਵੀ ਜਿਤਾਉਣਾ ਹੈ। ਇਸ ਕਰਕੇ ਸਮਝਾਉਂਦੇ ਨੇ ਇਹ ਸੂਰਮਿਆਂ ਦਾ ਬੇਸ ਹੈ। ਨਾ ਕੋ ਜਾਣੈ ਆਪਣੋ, ਇੱਕ ਹੈ ਟੇਕ ਆਧਾਰ। ਆਪਣਾ ਨਹੀਂ ਕੁਛ ਵੀ ਜਾਣੇ, ਸਿਰਫ ਇੱਕ ਪਰਮੇਸ਼ਰ ਦੀ, ਇੱਕ ਗੁਰ ਦੀ ਟੇਕ ਰੱਖੇ, ਇੱਕ ਨਾਮ ਨੂੰ ਆਧਾਰ ਬਣਾ ਲਵੇ। ਰਹਿਣ ਦਿਨ ਸਿਮਰਤ ਰਹੇ, ਸੋ ਪ੍ਰਭ ਪੁਰਖ ਅਪਾਰ। ਤੇ ਦਿਨ ਰਾਤ ਉਸ ਪ੍ਰਭੂ ਨੂੰ, ਉਹ ਅਪਾਰ ਮਾਲਕ ਨੂੰ ਸਿਮਰਦਾ ਰਹੇ। ਆਪਣਾ ਤਿਆਗ ਕੇ ਸਭ ਕੁਛ, ਆਪਣਾ ਕੁਛ ਨਾ ਜਾਣੇ। ਜਿਵੇਂ ਬਾਬਾ ਕਬੀਰ ਜੀ, ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਸ ਕਰਕੇ ਆਪਾਂ ਤਨ ਮਨ ਧਨ ਸੌਂਪ ਦੇਣਾ ਗੁਰੂ ਨੂੰ, ਆਪਣਾ ਨਹੀਂ ਕੁਛ ਜਾਣਨਾ। ਦਿਨ ਰੈਣ ਸਿਮਰਨਾ ਹੈ। ਰੇਨ ਸਗਲ ਇਹ ਮਨ ਕਰੇ, ਇਹੋ ਕਰਮ ਕਮਾਏ। ਤੇ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ ਹੈ, ਰੇਨ ਕਰਨਾ ਹੈ ਦੂਜਿਆਂ ਦੀ, ਇਹ ਕਰਮ ਕਰਨਾ ਹੈ। ਬਾਰ ਬਾਰ ਮਨ ਨੂੰ ਨਿਭਾਉਣਾ ਹੈ। ਹੁਕਮੈ ਬੂਝੈ ਸਦਾ ਸੁਖ, ਨਾਨਕ ਲਿਖਿਆ ਪਾਏ। ਏਦਾਂ ਹੁਕਮ ਨੂੰ ਬੁਝ ਲੈਂਦਾ। ਹੁਕਮ ਕੀ ਹੈ? ਬਾਰ ਬਾਰ ਇਸ ਰਸਤੇ 'ਚ ਹੀ ਨਿਭਣਾ। ਇਹ ਹੁਕਮ ਹੈ ਜਿਹੜਾ ਆਪਾਂ ਭੁੱਲ ਗਏ ਹਾਂ, ਕਿਉਂਕਿ ਹੁਕਮ ਦੁਆਰਾ ਹੀ ਅਸੀਂ ਮਿਲਣਾ ਹੈ ਉਸ ਪ੍ਰਭੂ ਨੂੰ। ਆਉਂਦੇ ਰੋਜ਼ ਹੁਕਮ ਦੇ ਵਿੱਚ, ਪਰ ਹੁਕਮ ਨੂੰ ਬੁਝਿਆ ਨਹੀਂ ਹੈ। ਹੁਕਮੇ ਆਵੈ ਹੁਕਮ ਨਾ ਬੁਝੈ, ਹੁਕਮ ਸਵਾਰਨ ਹਾਰਾ। ਇਸ ਕਰਕੇ ਹੁਣ ਸੋਝੀ ਆਈ ਕਿ ਹੁਕਮ ਕਿਵੇਂ ਹੈ ਕਿ ਆਪਾਂ ਪਾਉਣ 'ਚ ਆ ਕੇ, ਪਾਉਣ ਨੂੰ ਛੱਡਦੇ ਹਾਂ, ਸੌਂ ਜਾਂਦੇ, ਫਿਰ ਪਾਉਣ ਜਾ ਕੇ ਮਿਲਦੇ, ਫਿਰ ਮਨ ਨੇਤਰਾਂ 'ਚ ਬਹਿ ਜਾਂਦਾ ਹੈ,
प्रिसाइज सुभाव हुंदा है पता नहीं, हुण आपां खुद करके जा सकते हाँ। ते इह किवें आपां नानक लिखिया पाए, जिन्हां नूं साधु जन दसदे ने ये हुक्म कि आ हुक्म है, इदां आपां चलना है, मन नूं नीवा रखना है, आ रस्ता है। इदां फिर आपां अपने मन नूं जित सकदे हां ते असीं सूरमे बन सकदे हां, सानूं सोझी आ जांदी है ते फिर जिहड़े दूत ने साडे नेड़े भी नहीं आ सकदे, ਜਿਹੜੇ रोज ही इस नूं करदे ने साधु जनां दा संग करके। ते आओ हुण आपां नाल ओह कीर्तन करिए ਜਿਹੜਾ ਧਿਆਨ ਲਾਉਣਾ ਹੈ, ਜਿਹੜਾ ਕਲਯੁਗ ਦੇ ਵਿੱਚ ਹੈ, ਜਿਹਨੂੰ ਵਰਾ ਸਮਝਾਉਂਦੇ ਨੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਐ ਲਾਇ ਧਿਆਨ। ਤੇ ਗੁਰਮੁਖ ਸਾਨੂੰ ਦੱਸਦਾ ਵੀ ਧਿਆਨ ਕਿਵੇਂ ਲਾਉਣਾ ਹੈ ਤੇ ਆਪਾਂ ਧਿਆਨ ਲਾਉਣਾ ਹੈ। ਤੇ ਇਹ ਅਕਥ ਦੀ ਕਹਾਣੀ ਹੈ। ਅਕਥ ਨੂੰ ਕਥਨ ਦਾ ਤਰੀਕਾ ਕੀ ਹੈ ਕਿ ਨੇਤਰ ਸਮ ਕਰਕੇ ਅੰਤਰਗਤ ਜਾ ਕੇ ਬਾਰ ਬਾਰ ਇਸ ਹੁਕਮ ਨੂੰ ਮੰਨਣਾ ਤੇ ਪ੍ਰਗਟ ਹੋ ਜਾਏਗਾ। ਆਪਾਂ ਕਥ ਲਵਾਂਗੇ ਉਸ ਨੂੰ। ਇਹ ਅਕਥ ਦੀ ਕਹਾਣੀ ਹੈ ਉਧਰ ਦਾ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ केरी किस द्वारा पाई है, ਉਹ ਕਿਹੜਾ ਦੁਆਰਾ ਜਿੱਥੋਂ ਆਪਾਂ ਪ੍ਰਭੂ ਨੂੰ ਪਾ ਸਕਦੇ। ਇਹ ਅਕਥ ਦੀ ਕਹਾਣੀ ਹੈ। ਤੇ ਕਿਵੇਂ ਪਾਵਾਂਗੇ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਗੁਰ ਨੂੰ ਸੌਂਪ ਦੇਣਾ ਹੈ ਆਪਾਂ, ਉਹਦੇ ਹੁਕਮ ਚੱਲਣਾ, ਜਿਵੇਂ ਉਹ ਕਹਿੰਦਾ ਉਵੇਂ ਚੱਲਣਾ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਸੋ ਆਓ ਗੁਰਮੁਖ ਪਿਆਰਿਓ, ਕੀ ਹੁਕਮ ਹੈ ਸਾਨੂੰ? ਅਸੀਂ ਆਪਣੇ ਘਰ ਦਾ ਰਸਤਾ ਭੁੱਲ ਗਏ, ਅਸੀਂ ਜਮ ਮਾਰਗ ਤੇ ਚੱਲ ਪਏ, ਬਗਾਨੇ ਦੇਸ਼ ਰਸਤੇ ਤੇ ਚੱਲ ਪਏ। ਹਉਮੈ ਦਾ ਰਸਤਾ ਹੈ, ਜਮ ਮਾਰਗ ਹੈ, ਤਾਦ ਦਾ ਰਸਤੇ ਤੇ ਚੱਲ ਪਏ ਹਾਂ। ਲਿਵ ਦਾ ਰਸਤਾ ਗੋਬਿੰਦ ਮਾਰਗ ਅਸੀਂ ਭੁੱਲ ਗਏ। ਹੁਣ ਆਪਾਂ ਗੋਬਿੰਦ ਮਾਰਗ ਤੇ ਚੱਲਣਾ ਹੈ। ਇੱਧਰ ਨੂੰ ਜਾਵਾਂਗੇ ਲਿਵ ਦੇ ਰਸਤੇ ਜਾਵਾਂਗੇ, ਇੱਧਰ ਨੂੰ ਚੱਲਾਂਗੇ ਤਾਦ ਦੇ ਰਸਤੇ ਚੱਲਦੇ ਹਾਂ। ਆਓ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ। ਪਹਿਲਾਂ ਇੱਕ ਦ੍ਰਿਸ਼ਟ ਹੋਣਾ ਹੈ, ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਨਹੀਂ। ਸਾਨੂੰ ਕਿਵੇਂ ਪਤਾ ਚੱਲੇਗਾ? ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਦ੍ਰਿਸ਼ਟੀ ਨੂੰ ਫੋਕਸ ਕਰਾਂਗੇ ਇੱਕ ਪੁਆਇੰਟ ਤੇ, ਤੇ ਇੱਥੇ ਆਪਾਂ ਦੇਖਾਂਗੇ ਇਸ ਤੇ ਧਿਆਨ ਲਗਾ ਕੇ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਅੱਖਾਂ ਖੋਲ ਕੇ ਕਰਨਾ, ਅੱਖਾਂ ਬੰਦ ਨਹੀਂ ਕਰਨੀਆਂ। ਇੱਥੇ ਦ੍ਰਿਸ਼ਟੀ ਨੂੰ ਇੱਥੇ ਦੇਖਣਾ ਹੈ। ਜੇਕਰ ਸਾਨੂੰ ਇੱਥੇ ਨੱਕ ਨਜ਼ਰ ਆਉਂਦਾ ਹੈ ਫਿਰ ਸਾਡਾ ਮਨ ਦੋ ਦ੍ਰਿਸ਼ਟੀ ਵਿੱਚ ਹੈ। ਜੇ ਨੱਕ ਨਹੀਂ ਦਿਸਦਾ ਇੱਕ ਦ੍ਰਿਸ਼ਟ ਹਾਂ। ਜੇ ਦੋ ਦ੍ਰਿਸ਼ਟ ਹਾਂ ਫਿਰ ਆਪਾਂ ਇਹ ਵੀ ਦੇਖਣਾ ਹੈ ਕਿ ਕਿਸ ਪਾਸੇ ਧਿਆਨ ਸਾਡਾ ਜ਼ਿਆਦਾ ਹੈ, ਸੱਜੇ ਹੈ, ਖੱਬੇ ਹੈ ਜਾਂ ਵਿਚਾਲੇ ਹੈ। ਤ੍ਰੈ ਭਵਨਾਂ ਦੇ ਵਿੱਚ ਕਿਹੜੇ ਪਾਸੇ ਹੈ, ਸੱਜੇ, ਖੱਬੇ ਜਾਂ ਵਿਚਾਲੇ। ਜੇ ਨੱਕ ਸੱਜੇ ਦਿਸੇਗਾ ਫਿਰ ਧਿਆਨ ਸੱਜੇ ਪਾਸੇ ਹੈ, ਜੇ ਨੱਕ ਖੱਬੇ ਪਾਸਿਓਂ ਦਿਸਦਾ ਹੈ ਫਿਰ ਖੱਬੇ ਪਾਸੇ, ਜੇ ਵਿਚਾਲੇ ਦਿਸਦਾ ਹੈ ਦੋਨੋਂ ਪਾਸਿਓਂ ਫਿਰ ਅਸੀਂ ਸਤੋਗੁਣ ਤੇ ਹਾਂ। ਇਹਨਾਂ ਆਪਾਂ ਪਰਖਣਾ ਹੈ। ਉਸ ਤੋਂ ਬਾਅਦ ਆਵਾਜ਼ ਦੇਵਾਂਗੇ ਕਿਸ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਲਾ ਕੇ ਪਰਖਾਂਗੇ ਆਪਣੇ ਆਪ ਨੂੰ, ਫਿਰ ਤੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਪਲਕਾਂ ਉੱਤੇ ਚੁੱਕ ਦੇ। ਫਿਰ ਸਾਹਮਣੇ ਲੈ ਕੇ ਆਵਾਂਗੇ। ਜਦੋਂ ਸਾਹਮਣੇ ਕਹਾਂਗੇ, ਫਿਰ ਜਦੋਂ ਕਹਾਂਗੇ ਨੱਕ ਤੇ, ਫਿਰ ਇਸ ਪੁਆਇੰਟ ਤੇ। ਆਓ ਕਰੀਏ। ਪਹਿਲਾਂ ਨੱਕ ਤੇ ਇਸ ਤੇ ਦ੍ਰਿਸ਼ਟੀ ਨੂੰ ਸਮ ਕਰਕੇ ਦੇਖੋ ਆਪਣੇ ਆਪ ਨੂੰ।
सामने लेके आओ ध्यान, सामने देखो। मस्तक दे सामने ले जाओ, पलकां उत्ते चुक दो। फिर सामने लेके आइए। सम करके देखिए, दृष्टि फोकस करके अपने आप को देखिए। जे कोई नवा जीव जिसनों पहला नक दिसदा सी, दो दृष्टि सी, वो हुण ये देखना कि एक दृष्ट हो गया, नक दिसनों हट गया, ਜਾਂ एक परछाई टैप हल्का हल्का खब्बे पासे नजर आ सकता है, वो भी एक परछाई की तरह धुंधला धुंधला खब्बे पासे। आओ नीचे ले जाओ ध्यान हो, थले जो भी विषय है जिथे आप बैठे, चादर फर्श जो भी है, उस तो थोड़ा उत्ते देखने की कोशिश करनी है, बिल्कुल रिलैक्स ढिला ध्यान छड़ के। ते इत्थे सानू पानी की तरह जिमें सरोवर दे विच जल हुंदा है लहरां, इदां ही सानू प्रकाश की एक हलचल अनुभव होनी शुरू हो जाएगी। बिल्कुल देखने नूं जल्दी नहीं होएगा, लेकिन है प्रकाश जिसनों आपां देखते रहना है, जिसनों ध्याना है।
सम करके अपने आप ਨੂੰ देखो, सम करके अपने आप ਨੂੰ देखिए। फिर नीचे ले जाओ ध्यान। और सम करके देखिए अपने आप ਨੂੰ। फिर नीचे ले जाओ ध्यान।
और सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਜੋ ਇੰਨਾ ਕੁ ਗਿਆਨ ਹੈ, ਇਹ ਸਾਨੂੰ ਵਿਸਰਨਾ ਨਹੀਂ ਚਾਹੀਦਾ। ਇਹੀ ਗੁਣ ਨਿਤ ਹੈ ਗੋਬਿੰਦ ਦਾ। ਇੱਕ ਦ੍ਰਿਸ਼ਟ ਹੋ ਕੇ ਤੇ ਮਨ ਨੂੰ ਨੀਵਾਂ ਰੱਖਣਾ। ਜਿਨ੍ਹਾਂ ਦੇ ਮਨ ਵਿੱਚ ਇਹ ਵਸ ਗਿਆ, ਉਹ ਜਨਮ ਮਰਨ ਉਹਨਾਂ ਦਾ ਖਤਮ ਹੋ ਜਾਂਦਾ ਹੈ। ਇਹੀ ਸਾਧੂ ਜਨਾਂ ਦੀ ਸੇਵਾ ਹੈ। ਇੱਥੋਂ ਹੀ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਬਹੁਤਾ ਨਹੀਂ ਹੈ ਇੱਥੇ ਕੁਛ ਕਰਨ ਨੂੰ। ਬਾਰ ਬਾਰ ਸਮ ਕਰਕੇ ਨੇੜੇ ਦੇਖਣਾ, ਮਨ ਨੂੰ ਬਾਰ ਬਾਰ ਨੀਵਾਂ ਰੱਖਣਾ, ਇੰਨੀ ਹੀ ਭਗਤੀ ਹੈ। ਇਹ ਰਸਤਾ ਆਪਾਂ ਭੁੱਲ ਗਏ, ਇੱਧਰ ਨੂੰ ਚੱਲਦਾ ਹੈ ਮਨ, ਵਿਛੜੇ ਹਾਂ। ਇਹ ਰਸਤੇ ਨੂੰ ਚੱਲਾਂਗੇ ਤੇ ਨੇੜੇ ਦੇਖ ਲਵਾਂਗੇ ਪ੍ਰਭੂ ਨੂੰ। ਇਸ ਕਰਕੇ ਡੇਰਾ ਕਿੱਥੇ ਲਾ ਲਈਏ? ਨੀਚੇ ਆਪਣੇ ਮਨ ਨੂੰ ਨੀਵਾਂ। ਮਨ ਨੀਵਾਂ ਹੋਏਗਾ ਤੇ ਮੱਤ ਉੱਚੀ ਹੋਏਗੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਫਿਰ ਮੱਤ ਦਾ ਰਾਖਾ ਕੌਣ ਹੈ? ਮੱਤ ਦਾ ਤੇ ਪੱਤ ਦਾ ਰਾਖਾ ਆਪ। ਮੱਤ ਪੱਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।